ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ 'ਚ ਆਪ ਸਭ ਦਾ ਸਵਾਗਤ ਹੈ ਜੀ। ਸੋ ਰੋਜ਼ ਦੀ ਤਰ੍ਹਾਂ ਅੱਜ ਆਪਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਸਟਾਰਟਿੰਗ ਜਾਪ ਸੇਵਾ ਤੋਂ ਕਰਾਂਗੇ। ਅੱਜ ਦੀ ਜਾਪ ਸੇਵਾ ਤਰਨਦੀਪ ਕੌਰ ਜੀ 15476 ਰੋਪੜ ਤੋਂ ਕਰਨਗੇ। ਅਗਰ ਜੁੜ ਚੁੱਕੇ ਨੇ ਤਾਂ ਆਪਣਾ ਮਾਈਕ ਅਨਮਿਊਟ ਕਰਨ ਜੀ ਤੇ ਜਾਪ ਸੇਵਾ ਸਟਾਰਟ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤਰਨਦੀਪ ਕੌਰ ਜੀ ਨੇ, ਬਹੁਤ ਹੀ ਵਧੀਆ ਆਪ ਜੀ ਨੇ ਜਾਪ ਸੇਵਾ ਨਿਭਾਈ। ਹੁਣ ਇਸ ਤੋਂ ਬਾਅਦ ਕੀਰਤਨ ਸੇਵਾ ਲੈ ਰਹੇ ਨੇ ਬਲਜਿੰਦਰ ਕੌਰ ਜੀ, ਅਮਨਜੋਤ ਕੌਰ ਜੀ 11971 11972 ਜਲੰਧਰ ਤੋਂ। ਆਪਣਾ ਮਾਈਕ ਅਨਮਿਊਟ ਕਰੋ ਜੀ ਤੇ ਕੀਰਤਨ ਸੇਵਾ ਸਟਾਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹਨ ਜੀ। ਆਪ ਸਭ ਸੰਗਤਾਂ ਨੂੰ ਅਸੀਂ ਅੱਜ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸ਼ਬਦ ਸਰਵਣ ਕਰਵਾਉਣ ਜਾ ਰਹੇ ਹਾਂ। ਆਓ ਜੀ ਸਰਵਣ ਕਰੀਏ। जग बिच आए हरे उपकारी 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 जग बिच आए।
पशु करे तो देव कर, पशु करे तो देव कर, सतगुरुदेव सेव में पाए, सतगुरुदेव सेव में पाए। साप निदान रात संग बीज, साप निदान रात संग बीज, हर जी ले हाथ बजाए, हर जी ले हाथ बजाए। परोपकारी जग में आए, परोपकारी जग में आए, परोपकारी जग में आए। पत्नी उदाहरण आँखिए भगत, पत्नी उदाहरण आँखिए भगत, बचन होए आप चलाए, बचन होए आप चलाए। गुण कीते गुण करे जग अवगुण, गुण कीते गुण करे जग अवगुण, कीते गुण गुर पाए, कीते गुण गुर पाए, कीते गुण गुर पाए। परोपकारी जग विच आए, परोपकारी जग विच आए, परोपकारी जग विच आए। परोपकारी जग विच आए, 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 जग विच आए, जग विच आए, जग विच आए। वाहिगुरु जी का खालसा, वाहिगुरु जी की फतेह। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਹੀ ਵਧੀਆ ਕੀਰਤਨ ਸਾਨੂੰ ਸਾਰਿਆਂ ਨੂੰ ਸਰਵਣ ਕਰਾਇਆ। ਹੁਣ ਆਪਾਂ ਆਪਣੇ ਪਹਿਲੇ ਸੈਸ਼ਨ ਵੱਲ ਵਧਦੇ ਹਾਂ ਜੀ। ਅੱਜ ਦਾ ਸਾਡਾ ਪਹਿਲਾ ਸੈਸ਼ਨ ਲੈਣਗੇ ਵਾਈਸੀ ਸੁਰਿੰਦਰ ਕੌਰ ਜੀ ਮਹਿਲ ਕਲਾਂ ਤੋਂ, ਜਿਨ੍ਹਾਂ ਦਾ ਟੌਪਿਕ ਹੈ ਸ਼ਬਦ ਵਿਚਾਰ ਸ਼ਲੋਕ ਮਹੱਲਾ 9ਵਾਂ 9 ਤੋਂ 16 ਤੱਕ। ਅਗਰ ਜੁੜ ਚੁੱਕੇ ਨੇ ਤਾਂ ਆਪਣਾ ਮਾਈਕ ਅਨਮਿਊਟ ਕਰਨ ਤੇ ਸਟਾਰਟ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿੰਨੇ ਵੀ ਪਰਿਵਾਰ, ਬੱਚੇ ਹੋਰ ਵੀਰ ਭੈਣ ਭਰਾ ਜੁੜ ਚੁੱਕੇ ਨੇ, ਸਾਰਿਆਂ ਨੂੰ ਫਤਿਹ ਦੀ ਸਾਂਝ ਪਾਈਏ ਜੀ। ਆਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦਾ ਆਨੰਦ ਮਾਣਿਆ। ਸੋ ਹੁਣ ਸਤਿਗੁਰੂ ਜੀ ਅੱਗੇ ਪਹਿਲਾਂ ਅਰਦਾਸ ਬੇਨਤੀ ਹੈ ਇਹੀ,
ਕਿ ਵਾਹਿਗੁਰੂ ਜੀ ਆਪ ਹੀ ਆਪਣੀ ਕਿਰਪਾ ਸਦਕਾ ਸ਼ਰਧਾ ਪ੍ਰੇਮ ਦੇ ਨਾਲ ਜਿਹੜੀ ਸ਼ਲੋਕਾਂ ਦੀ ਸੰਖੇਪ ਦੇ ਵਿੱਚ ਵਿਆਖਿਆ ਉਹ ਕਰੀਏ, ਸਮਝੀਏ। ਸਤਿਗੁਰੂ ਜੀ 9ਵੇਂ ਸ਼ਲੋਕ ਦੇ ਵਿੱਚ ਕੀ ਉਪਦੇਸ਼ ਕਰਦੇ ਨੇ, ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਅਸੀਂ ਆਪਣੇ ਜੀਵਨ ਦੇ ਵਿੱਚ ਸੁਖ ਸ਼ਬਦ ਦੇ ਲਈ ਹੀ ਭਜਦੇ ਹਾਂ, ਭਜ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਸੁੱਖ ਆਵੇ, ਸਾਨੂੰ ਸੁੱਖ ਹੀ ਸੁੱਖ ਮਿਲਣ। ਕਦੇ ਵੀ ਕੋਈ ਜਾ ਕੇ ਇਹ ਨਹੀਂ ਕਹਿੰਦਾ, ਕਿਤੇ ਵੀ ਆਪਾਂ ਜਾਂਦੇ ਹਾਂ, ਚਾਹੇ ਕੋਈ ਮੰਦਿਰ ਵਿੱਚ ਜਾਂਦਾ ਹੈ, ਚਾਹੇ ਕੋਈ ਮਸਜਿਦ ਵਿੱਚ ਜਾਂਦਾ ਹੈ, ਗੁਰਦੁਆਰਾ ਸਾਹਿਬ ਜਾਂਦਾ ਹੈ, ਜਿੱਥੇ ਵੀ ਕੋਈ ਧਾਰਮਿਕ ਸਥਾਨ ਤੇ ਜਾਂਦਾ ਤਾਂ ਉੱਥੇ ਇਹ ਮੰਗ ਨਹੀਂ ਕਰਦੇ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਆਣ। ਨਹੀਂ, ਅਸੀਂ ਹਮੇਸ਼ਾ ਇਹੀ ਮੰਗ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਸੁੱਖ ਆਣ। ਤੇ ਸਾਰੇ ਸੁੱਖ ਦੇਣ ਵਾਲਾ ਕੌਣ ਹੈ? ਉਹ ਪਰਮਾਤਮਾ। ਸਭ ਸੁੱਖ ਦਾਤਾ ਰਾਮ ਹੈ। ਦਾਤਾ ਦਾਤਾਂ ਦੇਣ ਵਾਲਾ, ਸੁੱਖਾਂ ਵਾਲੀ ਦਾਤ ਦੇਣ ਵਾਲਾ ਵੀ ਉਹ ਵਾਹਿਗੁਰੂ ਪਰਮਾਤਮਾ ਹੈ। ਸਭ ਸੁੱਖ ਦਾਤਾ ਰਾਮ ਹੈ। ਪਰ ਅਸੀਂ ਗੁਰੂ ਸਾਹਿਬ ਗੁਰਬਾਣੀ ਅੰਦਰ ਕਹਿੰਦੇ ਅਸੀਂ ਜਿੱਥੋਂ ਸੁੱਖ ਮਿਲਦੇ ਆ ਨਾ, ਉਹ ਥਾਂ ਅਸੀਂ ਛੱਡ ਦਿੱਤੀ। ਕਿਵੇਂ ਛੱਡ ਦਿੱਤੀ? ਕਿ ਅਸੀਂ ਉਸ ਦੇ ਨਾਲ ਸਾਂਝ ਨਹੀਂ ਪਾਈ। ਸਤਿਗੁਰੂ ਜੀ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਰਬ ਸੁਖ ਮੰਗੈ ਹਰਿ ਨਾਮ ਵਿਸਾਰੀ। ਜਿੱਥੇ ਸੁੱਖ ਹੈ ਉੱਥੇ ਲੱਭਦੇ ਨਹੀਂ। ਜੁਆਰੀ ਜੂਆ ਖੇਡਣ ਵਾਲਾ ਹੁੰਦਾ ਨਾ, ਤੇ ਉਹ ਜੂਆ ਖੇਡਦਾ ਕਹਿੰਦਾ ਵੀ ਮੈਂ ਆ ਵੀ ਜਿੱਤ ਲਊਂਗਾ, ਪਰ ਉਹਦਾ ਚੱਲਣ ਵਾਲੀ ਵਿਰਤੀ ਹੈ, ਜਿਹੜੀ ਪਾਸੇ ਢਾਲਣ ਵਾਲੀ ਵਿਰਤੀ ਆ, ਉਹ ਉਖੜੀ ਹੋਈ ਹੈ, ਤਾਂ ਫਿਰ ਕਿਵੇਂ ਜਿੱਤ ਸਕਦਾ? ਇਸੇ ਤਰ੍ਹਾਂ ਸਰਬ ਸੁਖ ਮੰਗੈ ਹਰਿ ਨਾਮ ਵਿਸਾਰੀ। ਕਹਿੰਦੇ ਸੁੱਖਾਂ ਦਾ ਦਾਤਾ ਤੇ ਪਰਮਾਤਮਾ ਹੈ। ਸੁੱਖਾਂ ਦਾ ਦਾਤਾ ਤਾਂ ਉਹ ਵਾਹਿਗੁਰੂ ਹੈ, ਤੇ ਉਹਨੂੰ ਛੱਡ ਕੇ ਅਸੀਂ ਨਾਮ ਮੰਗਦੇ ਆ, ਸੁੱਖ ਮੰਗਦੇ ਆ। ਨਾਮ ਦੇ ਵਿੱਚ ਹੀ ਸੁੱਖ ਹੈ ਨਾ। ਨਾਮ ਗੁਰੂ ਦਾ ਉਪਦੇਸ਼, ਗੁਰੂ ਹੀ ਸੁੱਖ ਦਾ ਦਾਤਾ ਹੈ, ਤੇ ਉਹਨੂੰ ਛੱਡ ਕੇ ਅਸੀਂ ਸੁੱਖ ਮੰਗਦੇ ਆ। ਪਰ ਸਤਿਗੁਰੂ ਜੀ ਕਹਿੰਦੇ ਸਭ ਸੁੱਖ ਦਾਤਾ ਰਾਮ ਹੈ। ਰਾਮ ਕਿਹੜਾ? ਜੋ ਰਮਿਆ ਹੋਇਆ ਹੈ। ਹਰ ਥਾਂ ਤੇ ਰਾਮ ਸ਼ਬਦ ਗੁਰਬਾਣੀ ਦੇ ਅੰਦਰ ਜਦੋਂ ਆਪਾਂ ਸਹਿਜ ਪਾਠ ਕਰਦੇ ਆ, ਤਕਰੀਬਨ ਸਾਰੇ ਸਹਿਜ ਪਾਠ ਕਰਨ ਵਾਲੇ ਜੁੜੇ ਹੋਏ ਆ, ਤਾਂ ਜਦੋਂ ਸਹਿਜ ਪਾਠ ਕਰਦੇ ਆ ਰਾਮ ਸ਼ਬਦ ਬਹੁਤ ਵਾਰੀ ਆਉਂਦਾ। ਰਾਮ ਸ਼ਬਦ ਦਾ ਇੱਥੇ ਭਾਵ ਹੈ ਉਹ ਪਰਮਾਤਮਾ ਜੋ ਸਭ ਥਾਂ ਤੇ ਰਮਿਆ ਹੋਇਆ ਵਾਹਿਗੁਰੂ ਹੈ। ਉਹ ਸੁਆਮੀ, ਉਹ ਮਾਲਕ, ਉਹ ਪਰਮਾਤਮਾ ਸਾਰੇ ਹੀ ਸੁੱਖ ਦੇਣ ਵਾਲਾ ਹੈ। ਦੂਸਰ ਨਾਹਿਨ ਕੋਈ, ਦੂਜਾ ਹੋਰ ਕੋਈ ਨਹੀਂ। ਦੂਜਾ ਕੋਈ ਨਹੀਂ ਹੈਗਾ ਜਿੱਥੋਂ ਅਸੀਂ ਸੁੱਖ ਲੈ ਲਈਏ। ਇੱਕੋ ਹੀ ਦਾਤਾ ਹੈ ਸੁੱਖ ਦੇਣ ਵਾਲਾ। ਆਪਣੇ ਮਨ ਦੇ ਵਿੱਚੋਂ ਇਹ ਚੰਗੀ ਤਰ੍ਹਾਂ ਬਿਠਾ ਲਈਏ ਕਿ ਸਾਰੀਆਂ ਦਾਤਾਂ ਦੇਣ ਵਾਲਾ, ਸਾਰੇ ਸੁੱਖ ਵਾਲਾ ਦੇਣ ਵਾਲਾ ਇੱਕੋ ਇੱਕ ਪਰਮਾਤਮਾ ਹੈ। ਉਹਦੀ ਸ਼ਰਨ ਵਿੱਚ ਸਾਨੂੰ ਜਾਣਾ ਚਾਹੀਦਾ ਹੈ। ਇੱਕ ਪੰਕਤੀ ਦੁਆਰਾ ਆਪਾਂ ਉਸਨੂੰ ਦ੍ਰਿੜ ਕਰੀਏ, ਪਕਾਈਏ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਕੀ ਸ਼ਰਣੀ ਪਾਈਐ। ਕਿ ਸਾਰੇ ਸੁੱਖ ਦੇਣ ਵਾਲਾ ਉਹ ਵਾਹਿਗੁਰੂ ਪਰਮਾਤਮਾ ਹੈ। ਸਾਨੂੰ ਉਸਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ। ਸ਼ਰਨ ਵਿੱਚ ਜਾਣਾ ਭਾਵ ਉਹ ਗੁਰੂ ਦੇ ਕਹੇ ਮੁਤਾਬਕ ਚੱਲਣਾ ਚਾਹੀਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਹੇ ਮੇਰੇ ਮਨ ਸੁਣ, ਧਿਆਨ ਦੇ ਨਾਲ ਸੁਣ, ਤੇ ਸਿਮਰਤ ਗਤ ਹੋਏ। ਉਹ ਵਾਹਿਗੁਰੂ ਪਰਮਾਤਮਾ ਨੂੰ ਦਾ ਸਿਮਰਨ ਕਰਨ ਦੇ ਨਾਲ ਗਤੀ ਹੋਣੀ। ਗਤ ਕੀ ਹੁੰਦਾ? ਗਤੀ ਹੁੰਦੀ ਹੈ ਜੀ ਚੱਲਣਾ। ਚੱਲਣਾ ਕਿੱਥੇ ਹੈ ਜੀ? ਆਪਣੀ ਮੰਜ਼ਿਲ ਵੱਲ ਵਧਣਾ ਹੈ। ਤੇ ਮੰਜ਼ਿਲ ਕੀ ਹੈ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰ ਵਰੀਆ। ਸਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਮੰਜ਼ਿਲ ਕੀ ਹੈ? ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲਾਪ,
ਤੇ ਉਹ ਮਿਲਾਪ ਤੇਰਾ ਇੱਕ ਪੈਰ ਪੁੱਟਣਾ, ਸਿਮਰਨ ਕਰਨਾ ਭਾਵ ਉਸ ਵਾਹਿਗੁਰੂ ਦੇ ਨਾਲ ਜੁੜਨਾ ਹੈ, ਜਿਹਦੇ ਨਾਲ ਜੁੜ ਕੇ ਤੇਰੀ ਗਤੀ ਹੋਣੀ ਆ, ਤੇਰਾ ਅਵਸਥਾ ਉੱਚੀ ਹੋਣੀ ਆ, ਤੇਰਾ ਭਾਵ ਉਸ ਵੱਲ ਨੂੰ ਇੱਕ ਕਦਮ ਪੁੱਟਿਆ ਜਾਣਾ ਹੈ। ਤੇ ਇਸ ਸਿਮਰਤ ਹੈ ਜਿਹੜਾ, ਸਿਮਰਤ ਸ਼ਬਦ ਨੂੰ ਜੇ ਸਮਝਾਂਗੇ ਤਾਂ ਸਿਮਰਨ ਯਾਦ ਚੇਤਾ, ਯਾਦ ਚੇਤਾ ਉਸ ਵਾਹਿਗੁਰੂ ਨੂੰ ਯਾਦ ਵਿੱਚ ਵਸਾਉਣਾ, ਚੇਤੇ ਵਿੱਚ ਵਸਾਉਣਾ, ਹਿਰਦੇ ਵਿੱਚ ਰੱਖਣਾ, ਇਹੀ ਪਰਮਾਤਮਾ ਨੂੰ ਯਾਦ ਕਰਨਾ। ਪਰ ਜਦੋਂ ਅਸੀਂ ਉਸ ਵਾਹਿਗੁਰੂ ਵਾਹਿਗੁਰੂ, ਆਪ ਜੀ ਦੀ ਆਵਾਜ਼ ਕੱਟ ਹੋ ਰਹੀ ਹੈ ਜੀ। ਜਿਹੜਾ ਸਟੂਡੈਂਟ ਦੇ ਹੈਂਡ ਰੇਜ਼ ਨੇ ਪਹਿਲਾਂ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਰ ਸਕਦੀ ਹਾਂ ਜੀ ਸ਼ਲੋਕ ਕੀ ਕਰਨਾ ਜੀ ਤੁਸੀਂ? ਦੀ ਵਿਆਖਿਆ ਜੀ। ਹਾਂਜੀ ਦੱਸੋ ਜੀ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਪਰਮਾਤਮਾ ਹੀ ਸਾਰੇ ਸੁਖ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ। ਵੀ ਜਿਹੜਾ ਪਰਮਾਤਮਾ ਉਹ ਸਾਡੇ ਸਾਰੇ ਸੁੱਖ ਸਾਨੂੰ ਦਿੰਦਾ ਹਨਾ, ਤੇ ਉਹਦੇ ਬਰਾਬਰ ਦਾ ਹੋਰ ਦੂਜਾ ਕੋਈ ਨਹੀਂ ਹੈਗਾ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਾਤੇ ਹੋਏ। ਗੁਰੂ ਸਾਹਿਬ ਕਹਿੰਦੇ ਨੇ ਵੀ ਹਨਾ, ਜੇ ਤੂੰ ਹਨਾ ਉਹ ਗੁਰੂ ਦਾ ਨਾਮ ਸਿਮਰਦੇ ਆ ਜਦੋਂ ਆਪਾਂ, ਉਦੋਂ ਸਾਨੂੰ ਉੱਚੀ ਅਵਸਥਾ ਪ੍ਰਾਪਤ ਵੀ ਹੋ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਹਾਂਜੀ ਮਨਦੀਪ ਕੌਰ ਜੀ, 10160 ਮਨਦੀਪ ਕੌਰ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ ਜੀ ਫਤਿਹ ਜੀ। ਮੈਮ ਇਸੇ ਸ਼ਲੋਕ ਤੇ ਵਿਚਾਰ ਕਰਨੀ ਹੈ ਜਾਂ ਨੈਕਸਟ ਵੀ ਕਰ ਸਕਦੇ ਹਾਂ? ਜੀ ਨੈਕਸਟ ਦੀ ਕਰਾਂਗੇ ਜੀ। ਨੈਕਸਟ 10th ਸ਼ਲੋਕ ਹੈਗਾ ਜੀ। ਜੈ ਸਿਮਰਤ ਗਤ ਪਾਈਐ, ਤੇ ਭਜਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ, ਔਧ ਘਟਤ ਹੈ ਨੀਤ। ਇਸ ਤੋਂ ਭਾਵ ਹੈ ਜੀ, ਜਿਵੇਂ ਉਹ ਪਹਿਲਾਂ ਵਾਲੇ ਸ਼ਲੋਕ ਵਿੱਚ ਅਸੀਂ ਪੜ੍ਹਿਆ ਹੈ, ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ, ਕਿ ਜੇਕਰ ਅਸੀਂ ਵਾਹਿਗੁਰੂ ਜੀ ਦਾ ਨਾਮ ਸਿਮਰਦੇ ਹਾਂ ਤਾਂ ਹੀ ਉੱਚੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ। ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਦੱਸਦੇ ਨੇ, ਜੇ ਸਿਮਰਤ ਗਤ ਪਾਈਐ ਤੇ ਭਜਰੇ ਤੈ ਮੀਤ। ਫਿਰ ਦੱਸਦੇ ਨੇ ਕਿ ਜੇਕਰ ਅਸੀਂ ਵਾਹਿਗੁਰੂ ਜੀ ਦਾ, ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਹੀ ਅਸੀਂ ਉੱਚੀ ਤੇ ਆਤਮਿਕ ਅਵਸਥਾ ਜਿਹੜੀ ਹੈ ਪ੍ਰਾਪਤ ਕਰ ਸਕਦੇ ਹਾਂ। ਕਹੋ ਨਾਨਕ ਸੁਨ ਰੇ ਮਨਾ, ਔਧ ਘਟਤ ਹੈ ਨੀਤ। ਗੁਰੂ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ ਤੇ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਚਾਹੀਦਾ ਹੈ, ਕਿਉਂਕਿ ਔਧ ਘਟਤ ਹੈ ਨੀਤ। ਕਿਉਂਕਿ ਸਾਡੀ ਜਿਹੜੀ ਉਮਰ ਹੈ, ਔਧ ਹੈ, ਉਹ ਦਿਨੋਂ ਦਿਨ ਪਲ ਪਲ ਵਿੱਚ ਵੀ ਘਟਦੀ ਜਾ ਰਹੀ ਹੈ, ਤੇ ਪਰਮਾਤਮਾ ਦਾ ਨਾਮ ਸਾਨੂੰ ਨਹੀਂ ਵਿਸਾਰਨਾ ਚਾਹੀਦਾ, ਕਿਉਂਕਿ ਸਾਡੀ ਉਮਰ ਹੈ ਜਿਹੜੀ ਬਹੁਤ ਘਟ ਰਹੀ ਹੈ। ਭਾਵ ਕਿ ਜੇ ਸਿਮਰਤ ਗਤ ਪਾਈ ਹੈ ਤੇ ਭਜਰੇ ਤੈ ਮੀਤ। ਤੂੰ ਉਸ ਪਰਮਾਤਮਾ ਨੂੰ ਚੇਤੇ ਕਰ, ਹੇ ਮੇਰੇ ਮਿੱਤਰ, ਜਿਸ ਦਾ ਚਿੰਤਨ ਕਰਨ ਦੁਆਰਾ ਜੀਵ ਮੋਖਸ਼ ਹੋ ਜਾਂਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ, ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ। ਇਸ ਲਈ ਸਾਨੂੰ ਸਾਡੀ ਉਮਰ ਜਿਹੜੀ ਹੈ ਦਿਨੋਂ ਦਿਨ ਪਲ ਪਲ ਵਿੱਚ ਘਟ ਰਹੀ ਹੈ, ਦਿਨ ਰਾਤ ਸਾਡੀ ਉਮਰ ਘਟ ਰਹੀ ਹੈ। ਇਸ ਲਈ ਸਾਨੂੰ ਹਮੇਸ਼ਾ ਪਰਮਾਤਮਾ ਦਾ ਨਾਮ ਯਾਦ ਰੱਖਣਾ ਚਾਹੀਦਾ ਹੈ, ਤੇ ਜਿਸ ਨਾਲ ਸਾਨੂੰ ਸਾਡੀ ਉਮਰ ਖਤਮ ਹੋਣ ਤੋਂ ਪਹਿਲਾਂ ਅਸੀਂ ਆਪਣਾ ਮਨੁੱਖਾ ਜੀਵਨ ਵੀ ਸਫਲਾ ਕਰੀਏ ਤੇ ਵਾਹਿਗੁਰੂ ਦਾ ਨਾਮ ਵੀ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਜੀ। ਇਹਨੂੰ ਅਗਰ ਆਪਾਂ ਸੰਖੇਪ ਵਿੱਚ ਕਰਨਾ ਹੋਵੇ ਕਿ ਇਹ ਅਸੀਂ ਉਸ ਵਾਹਿਗੁਰੂ ਨੂੰ ਯਾਦ ਰੱਖੀਏ ਜਿਹਦੇ ਨਾਲ ਸਾਡੇ ਸਾਰੇ ਡਰ, ਫਿਕਰ, ਸਾਰੇ ਵਿਕਾਰਾਂ ਤੋਂ ਮੁਕਤੀ ਮਿਲ ਜਾਏ। ਭਾਵ ਜਿਹੜੇ ਅਸੀਂ 5 ਵਿਕਾਰਾਂ ਦੀ ਗੱਲ ਕਰਦੇ ਹਾਂ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਦੇ ਤੋਂ ਮੁਕਤੀ ਹੋ ਜਾਵੇ। ਹਰ ਤਰ੍ਹਾਂ ਦੇ ਡਰ, ਫਿਕਰ ਤੋਂ ਮੁਕਤੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਰਦੇ ਹਾਂ। ਇਸੇ ਕਰਕੇ ਫਿਰ ਵਾਹਿਗੁਰੂ ਜੀ ਨੇ ਕਿ ਹੇ ਮੇਰੇ ਮਨ, ਸਦਾ ਉਸ ਨੂੰ ਯਾਦ ਕਰ, ਉਸਦਾ ਭਜਨ ਕਰ, ਕਿਉਂਕਿ ਜੇ ਅਸੀਂ ਨਹੀਂ ਕਰਦੇ ਤਾਂ ਫਿਰ ਜਿਹੜੀ ਸਾਡੀ ਉਮਰ ਹੈ, ਜਿਹੜੀ ਸਾਡੀ ਆਯੂ ਹੈ, ਉਹ ਵਿਅਰਥ ਜਿਹੜੀ ਹੈ ਉਹ ਜਾ ਰਹੀ ਹੈ ਜੀ। ਸੋ ਬਹੁਤ ਧੰਨਵਾਦ ਜੀ ਮਨਦੀਪ ਕੌਰ ਜੀ ਦਾ। ਹਾਂਜੀ, ਨੈਕਸਟ ਜਿਹੜਾ ਸ਼ਲੋਕ ਹੈ ਉਹਦੇ ਬਾਰੇ ਅਗਰ ਕੋਈ ਵਿਚਾਰ ਕਰਨਾ ਚਾਹੁੰਦਾ ਹੋਵੇ ਜੀ, ਮੈਂ ਵਾਈਸਿਸ ਨੂੰ ਵੀ ਬੇਨਤੀ ਕਰਨਾ ਚਾਹਾਂਗੀ ਕਿ ਅਗਰ ਕੋਈ ਵਾਈਸੀ ਇਹਨੂੰ ਕੰਟੀਨਿਊ ਕਰਨਾ ਚਾਹੁੰਦੇ ਹੈ ਤਾਂ ਉਹ ਹੈਂਡ ਰੇਜ਼ ਕਰ ਸਕਦੇ ਨੇ ਜੀ। ਹਾਂਜੀ ਗੁਰਲੀਨ ਕੌਰ ਜੀ,
13,709। ਹਾਂਜੀ, ਨੈਕਸਟ ਜਿਹੜਾ ਹੈਗਾ ਸ਼ਲੋਕ ਉਹਦੀ ਵਿਚਾਰ ਕੀਤੀ ਜਾਏਗੀ। ਓਕੇ, ਨੈਕਸਟ ਅਨਮੋਲਦੀਪ ਕੌਰ, ਸ਼ਾਇਦ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੋਏਗੀ। ਅਨਮੋਲਦੀਪ ਕੌਰ 16018, ਆਪਣੀ ਮਾਈਕ ਨੂੰ ਅਨਮਿਊਟ ਕਰੋ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, 11ਵਾਂ ਸ਼ਲੋਕ ਦੀ ਬਾਰੇ ਹਾਂਜੀ, ਮੈਂ 11वें श्लोक की व्याख्या करनी सी भी। जिवें 11वां श्लोक है, पांच तत्त को तन रचियो जानो चतुर सुजान। भी जिहड़ा चतुर मनुख भी तू जानदा है कि परमात्मा ने तेरा शरीर पंज तत्तां तो बनाया वा। भी जेते उपजियो नानका लीन ताहे मेहमान। हे नानक ਇਹ ਵੀ ਯਕੀਨ ਜਾਣ ਕੇ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਵਾ ਵੀ ਮੁੜ ਉਹਨਾਂ ਵਿੱਚ ਹੀ ਲੀਨ ਹੋ ਜਾਏਗਾ। ਫਿਰ ਇਹ ਇਸ ਸਰੀਰ ਨੂੰ ਦੇ ਝੂਠੇ ਮੋਹ ਵਿੱਚ ਫਸ ਕੇ ਪਰਮਾਤਮਾ ਦਾ ਸਿਮਰਨ ਭੁੱਲ ਜਾਂਦਾ ਹੈ। ਕਿ ਪਰਮਾਤਮਾ ਦਾ ਸਿਮਰਨ ਭੁੱਲ ਕਿਉਂ ਰਿਹਾ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ। ਅਗਰ ਇਹਦਾ ਆਪਾਂ ਜਿਹੜੇ ਸੰਖੇਪ ਜਿਹਦੇ ਜੀ ਸਾਨੂੰ ਇਹ ਸਮਝਣਾ ਕਿ ਜਿਹੜਾ ਸਾਡਾ ਸਰੀਰ ਹੈ ਜਿਹੜੇ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ, ਤੇ ਇਹਨੇ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਅਸੀਂ ਦੇਖਦੇ ਹਾਂ ਕਿ ਜਦੋਂ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਮੁੱਠ ਜਿਹੜੀ ਹੁੰਦੀ ਹੈ ਉਹ ਵੀ ਉਸਨੂੰ ਹੰਕਾਰ ਕਾਹਦਾ, ਮਾਣ ਕਾਹਦਾ ਵੀ ਮੇਰੇ ਕੋਲ ਇੰਨਾ ਪੈਸਾ, ਮੇਰੇ ਕੋਲ ਆਹ ਸ਼ੌਹਰਤ ਹੈ, ਮੇਰੇ ਕੋਲ ਆਹ ਗੱਡੀ ਹੈ, ਮੇਰੇ ਕੋਲ ਇਹ ਬ੍ਰਾਂਡਡ ਕੱਪੜੇ ਨੇ, ਹਨਾ, ਜਾਂ ਕਿਸੇ ਹੋਰ ਚੀਜ਼ ਦਾ ਹੰਕਾਰ ਕਿ ਆਹ ਫਲਾਣੀ ਚੀਜ਼ ਹੈ, ਜਾਂ ਮੇਰੇ ਕੋਲ ਰੁਤਬਾ, ਮੈਨੂੰ ਜਾਣਦਾ, ਮੈਨੂੰ ਕਹਿ ਲਓ ਮੁੱਖ ਮੰਤਰੀ ਜਾਣਦਾ, ਪ੍ਰਧਾਨ ਮੰਤਰੀ ਜਾਣਦਾ, ਕਾਹਦੇ ਕਿਸ ਕੰਮ ਦਾ। ਜਦੋਂ ਉਹ ਪੰਜ ਤੱਤ ਜਿਹੜੇ ਸਾਡੇ ਹੈਗੇ ਨੇ ਉਹਨੇ ਫਿਰ ਉਹਦੇ ਵਿੱਚ ਹੀ ਲੀਨ ਹੋ ਜਾਣਾ। ਭਾਵ ਕਿ ਜਿੰਨੇ ਵੀ ਦੁਨੀਆ ਤੇ ਆਏ ਸਾਰੇ ਗਏ, ਜਿਨ੍ਹਾਂ ਨੇ ਹੰਕਾਰ ਕੀਤਾ ਹੰਕਾਰ ਨਹੀਂ ਕੀਤਾ ਜਾਣਾ ਉਹਨਾਂ ਨੇ ਵੀ ਹੈ। ਸੋ ਇਸ ਕਰਕੇ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਅਸੀਂ ਜੇ ਹੰਕਾਰ ਤੋਂ ਰਹਿਤ ਹੋ ਕੇ ਜ਼ਿੰਦਗੀ ਜੀਵਾਂਗੇ, ਜਿਹੜੇ ਪੰਜ ਸਦਗੁਣ ਨੇ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀਵਾਂਗੇ ਤਾਂ ਅਸੀਂ ਬਹੁਤ ਵਧੀਆ ਔਰ ਬੜੀ ਜੀ ਸਕਾਂਗੇ ਜੀ। ਸੋ ਭੈਣ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਇਸ ਤੋਂ ਬਾਅਦ 12ਵੇਂ ਸ਼ਲੋਕ ਦੀ ਵਿਚਾਰ ਕੀਤੀ ਜਾਏਗੀ ਜੀ। ਹਾਂਜੀ, 12ਵੇਂ ਸ਼ਲੋਕ ਦੀ ਆਪਣਾ ਇੱਕ ਸ਼ਲੋਕ ਹੈ ਜਿਹੜਾ 9ਵਾਂ ਸ਼ਲੋਕ ਹੋ ਗਿਆ ਸੀ ਜੀ। ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤਗਤ ਹੋਏ। ਇਹ ਮੇਰੇ ਮਨਾ ਸੁਣ, ਵਾਹਿਗੁਰੂ ਪ੍ਰਮਾਤਮਾ ਦਾ ਨਾਮ ਸਿਮਰਨੇ ਤੇਰੀ ਉੱਚੀ ਅਵਸਥਾ ਜਿਹੜੀ ਉਹ ਪ੍ਰਾਪਤ ਹੋਵੇਗੀ। ਜੇ ਸਿਮਰਤਗਤ ਪਾਈ ਹੈ ਤੇ ਭਜ ਰੇ ਤੈ ਮੀਤ। ਕਹੋ ਨਾਨਕ ਸੁਣ ਰੇ ਮਨਾ ਔਧ ਘਟਤ ਹੈ ਨੀਤ। ਤੁਸੀਂ ਦੂਸਰਾ ਲਗਾਇਆ ਹੋਇਆ ਜੀ ਸ਼ਬਦ, ਆਪਣਾ ਸ਼ਲੋਕ 12ਵਾਂ। ਵਾਹਿਗੁਰੂ ਕੀ ਪਹਿਲਾਂ ਇਹਨਾਂ ਦੀ ਹੋ ਚੁੱਕੀ ਹੈ ਜੀ? ਹਾਂਜੀ, ਅਸੀਂ 11 ਤੱਕ ਕਰ ਚੁੱਕੇ ਹਾਂ ਜੀ। ਅਗਰ ਆਪ ਜੀ ਦੁਬਾਰਾ ਕਰਨਾ ਚਾਹੋ ਸੰਖੇਪ ਵਿੱਚ ਕਰ ਸਕਦੇ ਹੋ, ਕਿਉਂਕਿ ਅੱਜ ਲਾਸਟ ਤੇ ਮੂਵੀ ਵੀ ਦਿਖਾਣੀ ਹੈ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਜੇ ਸਿਮਰਤਗਤ ਪਾਈ ਹੈ ਤੇ ਭਜ ਰੇ ਤੈ ਮੀਤ, ਜਿਹਦੇ ਸਿਮਰਨ ਕੀਤਿਆਂ ਤੇਰੀ ਅਵਸਥਾ ਉੱਚੀ ਹੋਣੀ ਆ, ਤੇ ਉਹੀ ਮੇਰੇ ਮਿੱਤਰ ਤੂੰ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਕਰ। ਕਹੋ ਨਾਨਕ ਸੁਣ ਰੇ ਮਨਾ ਔਧ ਘਟਤ ਹੈ ਨੀਤ। ਕਿ ਤੇਰੀ ਉਮਰ ਹੈ ਜਿਹੜੀ ਉਹ ਦਿਨੋਂ ਦਿਨ ਘਟਦੀ ਜਾ ਰਹੀ ਹੈ। ਤੈਨੂੰ ਇਹ ਸਰੀਰ ਮਿਲਿਆ ਨਾ, ਤੂੰ ਚੇਤੇ ਵਿੱਚ ਰੱਖ ਕਿ ਇਹ ਸਰੀਰ ਹੈ ਜਿਹੜਾ ਇਸ ਤੋਂ ਕੰਮ ਲੈਣਾ ਵਾ। ਇਹ ਤੇਰਾ ਸਰੀਰ ਨਿੱਤ ਜਿਹੜੀ ਤੇਰੀ ਉਮਰ ਹੈ ਘਟਦੀ ਜਾ ਰਹੀ ਹੈ। ਇਸ ਵਾਹਿਗੁਰੂ ਪਰਮਾਤਮਾ ਨੇ ਇਸ ਸਰੀਰ ਦੇ ਅੰਦਰ ਤੈਨੂੰ ਇਹ ਗਿਆਨ ਬਖਸ਼ਿਆਗਾ ਕਿ ਤੂੰ ਉਸ ਪਰਮਾਤਮਾ ਦੀ ਭਗਤੀ ਕਰ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਜਿਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਕਿ ਪੰਜਾਂ ਤੱਤਾਂ ਦਾ ਤੇਰਾ ਸਰੀਰ ਹੈ ਜਿਹੜਾ ਬਣਾਇਆ ਉਹ ਵਾਹਿਗੁਰੂ ਪਰਮਾਤਮਾ ਨੇ, ਪਰ ਤੂੰ ਇਸ ਸਰੀਰ ਦੇ ਅੰਦਰ ਜਾਣ। ਤੂੰ ਸਿਆਣਾ ਹੈ ਨਾ ਮਨੁੱਖ, ਤੂੰ ਸਿਆਣਾ ਬਣਨਾ। ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਤੇ ਤੇਰੇ ਸਰੀਰ ਦੇ ਵਿੱਚ ਪੰਜਾਂ ਤੱਤਾਂ ਦਾ ਜੋ ਬਣਾਇਆ ਗਿਆ ਉਸ ਸਰੀਰ ਦੇ ਅੰਦਰ ਤੂੰ ਇਹ ਨਾ ਸਮਝੀ ਕਿ ਕੀ ਹੈ ਇਸ ਅੰਦਰ ਵਾਹਿਗੁਰੂ ਨੇ ਪਰਮਾਤਮਾ ਨੇ ਸਾਰਾ ਸਭ ਕੁਝ ਇਸ ਦੇ ਅੰਦਰ ਪਾ ਕੇ ਭੇਜਿਆ ਹੈ। ਇਸੇ ਦੇ ਅੰਦਰੋਂ ਤੂੰ ਖੋਜ ਕਰਨੀ ਹੈ। ਇਸੇ ਸਰੀਰ ਦੇ ਅੰਦਰ ਹੀ ਪੰਜ ਚੋਰ ਹੈ। ਇਸ ਸਰੀਰ ਦੇ ਅੰਦਰ ਹੀ ਅੰਮ੍ਰਿਤ ਹੈ। ਇਸ ਸਰੀਰ ਦੇ ਅੰਦਰ ਹੀ ਭਗਵਾਨ ਹੈ। ਇਸ ਸਰੀਰ ਦੇ ਅੰਦਰ ਹੀ ਸ਼ੈਤਾਨ ਹੈ। ਇਹ ਉਹ ਵਾਹਿਗੁਰੂ ਪਰਮਾਤਮਾ ਦਾ ਘਰ ਹੈ। ਹਰ ਮੰਦਰ ਇਹੋ ਸਰੀਰ ਹੈ। ਕਿਤੇ ਵਾਹਿਗੁਰੂ ਜੀ ਨੇ ਇਸ ਦੇਹੀ ਨੂੰ ਸਰੀਰ ਨੂੰ ਉਸ ਪਰਮਾਤਮਾ ਦਾ ਘਰ ਕਿਹਾ, ਤੇ ਕਿਤੇ ਇਸ ਦੇ ਵਿੱਚ ਕਿਹਾ ਕਿ ਉਹ ਅੰਮ੍ਰਿਤ ਪਿਆ ਹੈ। ਇਸ ਸਰੀਰ ਦੇ ਵਿੱਚ ਅੰਮ੍ਰਿਤ ਵੀ ਹੈਗਾ, ਤੇ ਇਸੇ ਸਰੀਰ ਨੂੰ ਪੰਜਾਂ ਤੱਤਾਂ ਦਾ ਵਿਸਥਾਰ ਉਹ ਵਾਹਿਗੁਰੂ ਪਰਮਾਤਮਾ ਨੇ ਕੀਤਾ ਹੈ। ਹਰ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੈ। ਉਹ ਵਾਹਿਗੁਰੂ ਪਰਮਾਤਮਾ ਨੇ ਆਪ ਹੀ ਇਸ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ।
ਕੋਈ ਛੇਵਾਂ ਕਰਕੇ ਨਹੀਂ ਦਿਖਾ ਸਕਦਾ ਵੀ ਆ 6 ਤੱਤ ਹੋ ਗਏ, ਚਾਹੇ ਕੋਈ ਉੱਚਾ ਚਾਹੇ ਕੋਈ ਨੀਵਾਂ, ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ, ਪਰ ਸਭ ਦਾ ਸਰੀਰ 5 ਤੱਤਾਂ ਦਾ ਬਣਿਆ ਹੋਇਆ। ਇਸ ਜੀਵ ਵਾਲੇ ਸਿਆਣੇ ਮਨੁੱਖ, ਤੂੰ ਇਸ ਸਰੀਰ ਦੇ ਵਿੱਚੋਂ 6ਵਾਂ ਤੱਤ ਨਹੀਂ ਕਰ ਸਕਦਾ, ਪਰ ਤੇਰਾ ਜਾਣ 5 ਤੱਤਾਂ ਦਾ ਇਹ ਸਰੀਰ ਉਸ ਵਾਹਿਗੁਰੂ ਪ੍ਰਮਾਤਮਾ ਨੇ ਬਣਾਇਆ। ਪਰ ਨਾਲ ਦੀ ਨਾਲ ਤੂੰ ਇਹ ਵੀ ਖਿਆਲ ਰੱਖ ਕਿ ਇਹ ਜਿੱਥੋਂ 5 ਉਪਜੇ ਨੇ ਉੱਥੇ ਹੀ ਇਹਨਾਂ ਨੇ ਇੱਕ ਦਿਨ ਸਮਾ ਜਾਣਾ ਹੈ, ਉੱਥੇ ਉਹਨਾਂ ਦੇ ਵਿੱਚ ਹੀ ਇੱਕ ਦਿਨ ਲੀਨ ਹੋਣਾ ਹੈ, ਮਿਟਣਾ ਹੈ। ਸੋ 12ਵਾਂ ਆਪਾਂ ਹੁਣ ਸ਼ਲੋਕ ਹੈ ਜੀ ਉਹ ਕਰਾਂਗੇ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰੈ ਪਾਰ। ਸੰਖੇਪ ਦੇ ਵਿੱਚ ਕਿਉਂਕਿ 11 ਆਪ ਜੀ ਕਰ ਚੁੱਕੇ ਸੀ, ਇਸ ਲਈ ਆਪਾਂ 12ਵਾਂ ਸ਼ਲੋਕ ਹੈ ਜਿਹੜਾ ਕਰਨ ਲੱਗੇ ਆ ਜੀ। ਘਟ ਘਟ ਮੈਂ ਹਰਜੂ ਵਸੈ, ਉਹ ਵਾਹਿਗੁਰੂ ਪਰਮਾਤਮਾ ਘਟ ਘਟ ਦੇ ਵਿੱਚ ਵਸਦਾ ਹੈ, ਭਾਵ ਹਰ ਇੱਕ ਸਰੀਰ ਦੇ ਵਿੱਚ ਵਸ ਰਿਹਾ ਹੈ ਘਟ ਘਟ ਦੇ ਵਿੱਚ। ਪਰ ਘਟ ਘਟ ਦੇ ਵਿੱਚ ਉਸਨੂੰ ਦਿਖੂਗਾ ਜਿਹਨੂੰ ਆਪਣੇ ਸਰੀਰ ਵਿੱਚ ਦਿਖੂਗਾ। ਆਪਣੇ ਸਰੀਰ ਵਿੱਚ ਕਿਵੇਂ ਕਿ ਜੇ ਆਪਣੇ ਅੰਦਰ ਈਰਖਾ ਪਿਆ, ਦਵੈਤ ਪਈ ਹੈ, ਤਾਂ ਫਿਰ ਆਪਾਂ ਨੂੰ ਦੂਜੇ ਦੇ ਵਿੱਚ ਕੀ ਦਿਖਣਾ। ਇਸੇ ਲਈ ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਸੰਤ ਜਨ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਉੱਚੀ ਉੱਚੀ ਬੋਲ ਕੇ ਦੱਸ ਰਹੇ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਘਟ ਘਟ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਵਸਿਆ ਹੋਇਆ ਹੈ। ਜਿਵੇਂ ਇੱਕ ਅੱਗ ਹੈ ਨਾ, ਦਿਖਦੀ ਨਹੀਂ ਹੈ, ਪਰ ਉਹ ਅੱਗ ਇੱਕ ਛੋਟੇ ਜਿਹੇ ਤਿਨਕੇ ਦੇ ਵਿੱਚ, ਤੀਲੇ ਦੇ ਵਿੱਚ ਵੀ ਹੁੰਦੀ ਹੈ। ਜਿਹੜਾ ਘਾਹ ਦਾ ਤੀਲਾ ਹੁੰਦਾ ਨਾ, ਉਹਨੂੰ ਵੀ ਆਪਾਂ ਅੱਗ ਲਾ ਕੇ ਦੇਖੀ ਲੱਗਦੀ ਹੈ, ਘਾਹ ਦੇ ਤੀਲੇ ਵਿੱਚ ਵੀ ਹੁੰਦੀ ਹੈ। ਤੇ ਬਹੁਤ ਵੱਡਾ ਬ੍ਰਿਸ਼, ਕੋਈ ਬਹੁਤ ਵੱਡਾ ਬੋਹੜ ਦਾ ਦਰਖਤ ਜਿਵੇਂ ਉਹ ਕਹਿ ਲਈਏ ਕਿ ਉਹਦੇ ਵਿੱਚ ਵੀ ਅੱਗ ਹੈ। ਭਾਵ ਉਹ ਵਾਹਿਗੁਰੂ ਪਰਮਾਤਮਾ ਨਿੱਕੀ ਜਿਹੀ ਕੀੜੀ ਤੋਂ ਲੈ ਕੇ ਪੂਰੇ ਸੰਸਾਰ ਦੇ ਵਿੱਚ ਜਿੰਨੇ ਵੀ ਆਕਾਰ ਨੇ, ਜਿੰਨੇ ਵੀ ਸਰੀਰ ਨੇ, ਉਹਨਾਂ ਸਾਰਿਆਂ ਦੇ ਵਿੱਚ ਉਹ ਵਸ ਰਿਹਾ ਹੈ। ਤੂੰ ਉਸਨੂੰ ਦੇਖਣਾ ਕਰ। ਦੇਖੇਗਾ ਕਿਵੇਂ? ਜਦੋਂ ਆਪਣੇ ਆਪੇ ਦੀ ਖੋਜ ਕਰਕੇ ਆਪਣੇ ਆਪੇ ਵਿੱਚੋਂ ਵੇਖੇਗਾ ਤਾਂ ਉਹ ਸਾਰਿਆਂ ਦੇ ਵਿੱਚ ਤੈਨੂੰ ਦਿਖੇਗਾ। ਤਾਂ ਉਹ ਸੰਤ ਜਨ ਗੁਰੂ ਦੇ ਪਿਆਰੇ ਉੱਚੀ ਉੱਚੀ ਬੋਲ ਕੇ ਕਹਿ ਰਹੇ ਨੇ, ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰੈ ਪਾਰ। ਭਉ ਨਿਧ ਇਹ ਸੰਸਾਰ ਸਮੁੰਦਰ ਹੈ ਜਿਹੜਾ, ਇਹ ਉਸ ਵਾਹਿਗੁਰੂ ਪਰਮਾਤਮਾ ਦੇ ਭਜਨ ਕਰਕੇ, ਆਪਣੇ ਆਪੇ ਦੀ ਖੋਜ ਕਰਕੇ ਹੀ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇਗਾ। ਸੁਖ ਦੁੱਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸਤਿਗੁਰੂ ਜੀ ਨੇ ਇਹ ਜਿਹੜੇ ਸ਼ਲੋਕ ਹੈ ਨਾ ਪਿਛਲੇ ਆਪਾਂ ਤਿੰਨੇ ਇੱਕੋ ਹੀ ਸ਼ਲੋਕ, ਇੱਕੋ ਹੀ ਕੰਸੈਪਟ ਹੈ, ਦੁੱਖ ਸੁੱਖ ਤੇ ਅਗਲਾ ਹੈਗਾ ਲੋਭ ਮੋਹ ਅਭਿਮਾਨ, ਉਸਤਤ ਨਿੰਦਿਆ ਤੇ ਕੰਚਨ ਤੇ ਲੋਭ। ਭਾਵ ਇਹ ਸਾਰੇ ਮਿਲਦੇ ਜੁਲਦੇ ਤਿੰਨ, ਹਰਖ ਸੋਗ, ਇਹ ਸਾਰੇ ਹੀ ਸੁੱਖ ਉਸਤਤ ਹਰਖ। ਸੁੱਖ ਹੁੰਦਾ ਤੇ ਉਸਤਤ ਹੁੰਦਾ ਖੁਸ਼ੀ। ਇਹ ਤਿੰਨੇ ਸ਼ਬਦ ਆ ਜਿਹੜੇ ਲਫ਼ਜ਼ ਇੱਕੋ ਜਿਹੇ ਮਿਲਦੇ ਜੁਲਦੇ ਆ। ਦੂਸਰੇ ਪਾਸੇ ਦੁੱਖ ਆ ਗਿਆ, ਨਿੰਦਿਆ ਆ ਗਈ, ਸੋਗ ਆ ਗਿਆ ਤੇ ਇਹ ਅਭਿਮਾਨ ਆ ਗਿਆ। ਇਹ ਸਾਰੇ ਤਿੰਨੋਂ ਕਨਸੈਪਟ ਇੱਕੋ ਹੀ ਹੈ ਤਿੰਨੋਂ ਸ਼ਲੋਕਾਂ ਦਾ। ਸੁੱਖ ਦੁੱਖ ਜੇ ਪਰਸੈ ਨਹੀਂ, ਪਰ ਇੱਥੇ ਸੁੱਖ ਦੀ ਜਿਹੜੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ, ਨੌਵੇਂ ਪਾਤਸ਼ਾਹ ਜੀ ਨੇ, ਇੱਥੇ ਉਹ ਸੁੱਖ ਦੀ ਗੱਲ ਨਹੀਂ ਕੀਤੀ ਜਿਸ ਸੁੱਖ ਦੇ ਅਸੀਂ ਆਤਮਿਕ ਸੁੱਖ ਦੀ ਗੱਲ ਨਹੀਂ ਕੀਤੀ, ਇੱਥੇ ਬਾਹਰੀ ਸੁੱਖ ਦੀ ਗੱਲ ਕੀਤੀ ਆ। ਜੇ ਆਤਮਿਕ ਸੁੱਖ ਸ਼ਾਂਤੀ ਦੀ ਗੱਲ ਕੀਤੀ ਹੈ ਤੇ ਉਹ ਆਪਾਂ ਮੰਗਦੇ ਵੀ ਆ, ਤੇ ਉਹ ਵਾਹਿਗੁਰੂ ਜੀ ਨੇ ਸੁੱਖ ਰੱਖਿਆ ਹੋਇਆ। ਸੁਖਮਣੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਆ ਨਾ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ।
ਕਿ ਉਹ ਸੁੱਖ ਮਨ ਦੇ ਵਿੱਚ ਹੈ, ਮਨ ਦਾ ਸੁੱਖ ਹੈ, ਆਤਮਿਕ ਸੁੱਖ ਹੈ। ਪਰ ਇੱਥੇ ਕਿਹੜਾ ਸੁੱਖ ਹੈ ਜਿਹੜਾ ਪਰਸਦਾ ਨਹੀਂ, ਪਰਸਦਾ ਭਾਵ ਪ੍ਰਭਾਵ ਨਹੀਂ ਪਾਉਂਦਾ। ਸੁੱਖ, ਦੁੱਖ, ਲੋਭ, ਮੋਹ, ਅਭਿਮਾਨ, ਇਹ 5 ਚੀਜ਼ਾਂ ਨੇ ਜਿਹੜੀਆਂ ਮਨੁੱਖ ਦੇ ਪ੍ਰਭਾਵ ਪਾਉਂਦੀਆਂ ਨੇ, ਪਰ ਜਿਹਦੇ ਤੇ ਨਹੀਂ ਪਾਉਂਦੀਆਂ, ਜਿਹਦੇ ਤੇ ਇਹ ਪ੍ਰਭਾਵ ਨਹੀਂ, ਨਾ ਸੁੱਖ, ਬਾਹਰੀ ਸੁੱਖ, ਨਾ ਬਾਹਰੀ ਦੁੱਖ, ਤੇ ਨਾ ਹੀ ਲੋਭ ਲਾਲਚ, ਨਾ ਮੋਹ, ਨਾ ਅਭਿਮਾਨ। ਇਹ ਸੁੱਖ ਦੁੱਖ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਜਿਹੜੇ ਸਰੀਰਕ ਸੁੱਖ ਦੁੱਖ ਵੀ ਆਉਂਦੇ ਆ ਉਹ ਕਰਮਾਂ ਕਰਕੇ ਆਉਂਦੇ ਆ। ਨਹੀਂ, ਉਹ ਸੁੱਖ ਦੁੱਖ, ਸਰੀਰਕ ਦੁੱਖ ਸੁੱਖ ਹੈ ਜਿਹੜੇ ਸਾਡਾ ਇਤਿਹਾਸ ਭਰਿਆ ਪਿਆ ਕਿ ਜੇ ਹੁਣ ਬੰਦ ਕੱਟੇ ਜਾਂਦੇ ਤੇ ਕੀ ਆਪਾਂ ਉਹਨੂੰ ਸਮਝਾਂਗੇ ਵੀ ਇਹਨਾਂ ਦਾ ਕੋਈ ਕਰਮਾਂ ਦਾ ਸੁੱਖ ਹੈ, ਦੁੱਖ ਹੈ। ਸਰੀਰਕ ਦੁੱਖ ਆਇਆ ਨਾ, ਖੋਪੜੀ ਲਾਈ ਗਈ, ਬੰਦ ਕੱਟੇ ਗਏ, ਸਾਡੇ ਬਾਬੇ, ਨਿੱਕੜੇ ਬਾਬੇ, ਛੋਟੇ ਸਾਹਿਬਜ਼ਾਦੇ ਉਹ ਨੀਹਾਂ ਦੇ ਵਿੱਚ ਖੜੇ, ਸਰੀਰਕ ਦੁੱਖ ਹੈ। ਪਰ ਕੀ ਇਸ ਨੂੰ ਕਰਮਾਂ ਦਾ ਦੁੱਖ ਕਹਿ ਸਕਦੇ ਆ? ਨਹੀਂ ਕਹਿ ਸਕਦੇ, ਕਿਉਂਕਿ ਜਿਹੜੇ ਮੂਰਤ ਭਗਵਾਨ ਦੀ ਗੱਲ ਕੀਤੀ ਹੈ ਨਾ ਇੱਥੇ, ਜਿਹੜੇ ਉਸ ਵਾਹਿਗੁਰੂ ਦੇ ਨਾਲ ਇੱਕ ਹੋ ਗਏ, ਸੋ ਉਹ ਭਗਵਾਨ ਦਾ ਜੋ ਰੂਪ ਬਣ ਗਏ, ਤਾਂ ਉਹ ਸੁੱਖ ਤੇ ਦੁੱਖ ਉਹਨਾਂ ਨੂੰ ਪਰਸਦਾ ਨਹੀਂ। ਉਹ ਸੁੱਖ ਤੇ ਦੁੱਖ ਉਹ ਕੋਈ ਕਰਮਾਂ ਦਾ ਦੁੱਖ ਕੱਟਣ ਜਾਂ ਭੋਗਣ ਨਹੀਂ ਆਉਂਦੇ, ਉਹ ਤੇ ਸਗੋਂ ਇੱਕ ਸ਼ੁਭ ਕਰਮ ਜਿਹਨੂੰ ਕਹਿੰਦੇ ਆ, ਸ਼ੁਭ ਕਰਮ ਉਹ ਸਿਰਜਦੇ ਨੇ ਕਿ ਜੇ ਇਸ ਤਰ੍ਹਾਂ ਦਾ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਦੁੱਖ, ਸਰੀਰਕ ਦੁੱਖ ਆ ਜਾਵੇ ਤਾਂ ਉੱਥੇ ਅਸੀਂ ਕੀ ਕਰਨਾ ਹੈ। ਸਿਰਜਦੇ ਨੇ ਸਾਡੇ ਲਈ, ਸ਼ੁਭ ਕਰਮ ਸਿਰਜਦੇ ਨੇ ਵੀ ਕਿਵੇਂ ਕਰਨਾ ਹੈ। ਇਸ ਤਰ੍ਹਾਂ ਕਰਕੇ ਸੁੱਖ ਦੁੱਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਦੇਖੋ ਸਾਡੇ ਸਾਹਿਬਜ਼ਾਦਿਆਂ ਦੇ ਸਰੀਰਕ ਦੁੱਖ ਸੀ ਨਾ, ਤੇ ਲੋਭ ਲਾਲਚ ਵੀ ਦਿੱਤਾ ਗਿਆ, ਲੋਭ ਲਾਲਚ ਵੀ ਦਿੱਤਾ ਗਿਆ, ਤੇ ਮੋਹ ਵੀ ਕਿਹਾ ਗਿਆ, ਮੋਹ ਬਾਰੇ ਵੀ ਕਿਹਾ ਗਿਆ ਵੀ ਤੁਹਾਡੇ ਭਰਾ, ਤੁਹਾਡੇ ਪਿਤਾ ਬਾਰੇ ਜਾਂ ਦੱਸਿਆ ਗਿਆ ਕਿ ਕਿਤੇ ਉਹ ਪਲਟ ਜਾਣ, ਪਰ ਨਹੀਂ। ਅਭਿਮਾਨ, ਹੰਕਾਰ ਨਹੀਂ, ਭਾਵ ਇਹ 5 ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ। ਜਿਨ੍ਹਾਂ ਤੇ ਫਿਰ 5 ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ ਉਹ ਡੋਲਦੇ ਨਹੀਂ। ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਹੇ ਮੇਰੇ ਮਨ ਸੁਣ, ਉਹ ਮਨੁੱਖ ਸਾਖਸ਼ਾਤ ਪਰਮਾਤਮਾ ਦਾ ਰੂਪ ਹੈ। ਜੇ ਉਹ ਪਰਮਾਤਮਾ ਦਾ ਰੂਪ ਸੀ ਤੇ ਆਪਾਂ ਅੱਜ ਉਹਨਾਂ ਦੀਆਂ ਗੱਲਾਂ ਕਰਦੇ ਆਂ, ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਆਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ, ਦੇਗਾਂ ਚ ਉਬਾਲੇ ਖਾਧੇ। ਇਹ ਆਪਾਂ ਯਾਦ ਕਰਦੇ ਆ ਨਾ ਉਹਨਾਂ ਨੂੰ ਕਿ ਉਹ ਇੱਕ ਹੋ ਗਏ, ਪਰਮਾਤਮਾ ਦੇ ਨਾਲ ਇੱਕ ਹੋ ਗਏ, ਤੇ ਉਹਨਾਂ ਤੇ ਇਹ 5 ਚੀਜ਼ਾਂ ਦਾ ਪ੍ਰਭਾਵ ਨਹੀਂ ਪਿਆ। ਜਿਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਇੱਕ ਉਦਾਹਰਣ ਦਿੱਤੀ ਹੈ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਇਹ ਮੁਰਗਾਈ ਦੀ ਜਿਹੜੀ ਹੁੰਦੀ ਆ ਉਹਦੀ ਉਦਾਹਰਨ ਕਿਉਂ ਦਿੱਤੀ ਹੈ, ਕਮਲ ਦੀ ਉਦਾਹਰਨ ਕਿਉਂ ਦਿੱਤੀ ਹੈ? ਖੰਭ ਤੇ ਹੋਰ ਜਾਨਵਰਾਂ ਦੇ ਵੀ ਹੈ, ਪਰ ਕੋਈ ਹੋਰ ਜਾਨਵਰ ਜਿਹੜੇ ਆਉਂਦੇ ਆ ਪਾਣੀ ਵਿੱਚ, ਪੰਛੀ ਆ ਜੇ ਡਿੱਗ ਪੈਣ ਉੜਦੇ, ਜਾਂ ਮੁਰਗਾਈ ਦੀ ਰੀਸ ਕਰਕੇ ਪਾਣੀ ਵਿੱਚ ਵੜ ਜਾਣ ਤੇ ਉਹ ਨਿਕਲ ਸਕਦੇ ਆ, ਡੁੱਬ ਜਾਣਗੇ। ਪਰ ਮੁਰਗਾਈ ਦੀ ਉਦਾਹਰਨ ਦਿੱਤੀ ਹੈ, ਉਹ ਆਪਣੇ ਖੰਭਾਂ ਨੂੰ ਗਿੱਲੇ ਨਹੀਂ ਹੋਣ ਦਿੰਦੀ, ਰਹਿੰਦੀ ਤੇ ਪਾਣੀ ਵਿੱਚ ਹੀ ਹੈ, ਪਰ ਆਪਣੇ ਖੰਭਾਂ ਨੂੰ ਗਿੱਲੇ ਨਹੀਂ ਹੋਣ ਦਿੰਦੀ ਤੇ ਤਰ ਜਾਂਦੀ ਆ। ਤੇ ਇਸੇ ਤਰ੍ਹਾਂ ਕਮਲ ਦਾ ਫੁੱਲ ਹੈ ਜਿਹੜਾ, ਉਹ ਪਾਣੀ ਲਹਿਰਾਂ ਮਾਰਦਾ, ਪਰ ਪਾਣੀ, ਕਮਲ ਦਾ ਫੁੱਲ ਹੈ ਜਿਹੜਾ ਉਹ ਉੱਪਰ ਨੂੰ ਹੀ ਉੱਠਦਾ, ਉਹਨਾਂ ਉੱਪਰ ਨੂੰ ਉੱਠਦਾ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦਾ ਜਿਹੜਾ ਓਟ ਆਸਰਾ ਲੈ ਲੈਂਦਾ, ਫਿਰ ਉਹਨੂੰ ਇਹ 5 ਚੀਜ਼ਾਂ, ਸੁੱਖ ਦੁੱਖ, ਉਸਤਤ, ਨਿੰਦਿਆ, ਲੋਭ, ਸਾਰਾ ਕੁਝ ਪ੍ਰਭਾਵ ਨਹੀਂ ਪਾਉਂਦਾ। ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹਿ ਤੈ ਜਾਣ। ਉਸਤਤ ਨਿੰਦਿਆ ਵੀ ਆਪਾਂ ਸਮਝ ਲਈ ਵੀ ਉਸਤਤ ਨਿੰਦਿਆ 2 ਤਿਆਗੈ,
ਖੋਜੈ ਪਦ ਨਿਰਵਾਣਾ। ਦੋਨਾਂ ਤਿਆਗਣ ਦਾ ਭਾਵ ਕੀ ਹੈ ਵੀ ਦੋਨਾਂ ਦੇ ਵਿੱਚ ਫਸਣਾ ਨਹੀਂ, ਨਾ ਕਿਸੇ ਦੇ ਕੋਈ ਫੂਕ ਦਿੰਦਾ ਤੇ ਫੂਕ ਚ ਨਹੀਂ ਆਉਣਾ, ਜੇ ਕੋਈ ਨਿੰਦਿਆ ਕਰਦਾ ਤੇ ਡੋਲਣਾ ਨਹੀਂ। ਕੰਚਨ ਸੋਨਾ ਤੇ ਲੋਹਾ, ਸੋਨਾ ਤੇ ਲੋਹਾ ਇੱਕੋ ਜਿਹਾ ਸਮਝਣਾ, ਭਾਵ ਕਿਸੇ ਲਾਲਚ ਵਿੱਚ ਨਹੀਂ ਫਸਣਾ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਣ। ਮੁਕਤ ਇਹੀ ਵਿਚਾਰਾਂ ਤੋਂ ਮੁਕਤੀ, ਮੋਹ ਤੋਂ ਛੁਟਕਾਰਾ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ, ਇਹ ਮੁਕਤ ਹੈ। ਹਰਖ ਸੋਗ, ਖੁਸ਼ੀ ਤੇ ਗਮੀ, ਬੈਰੀ ਤੇ ਮਿੱਤਰ, ਇਹ ਵੀ ਉਹੀ ਚੀਜ਼ਾਂ ਆ ਗਈਆਂ ਉਹਦੇ ਵਿੱਚ ਹੀ, ਸੁੱਖ ਦੁੱਖ ਉਸਤਤ। ਹਰਖ ਖੁਸ਼ੀ ਹੁੰਦੀ ਹੈ, ਸੋਗ ਗਮੀ ਹੁੰਦੀ ਹੈ, ਜਾ ਕੇ ਨਹੀਂ ਬੈਰੀ ਮੀਤ ਸਮਾਨ, ਬੈਰੀ ਤੇ ਮਿੱਤਰ ਦੇ ਸਮਾਨ, ਭਾਵ ਨਾ ਤਾਂ ਕੋਈ ਬੈਰੀ ਹੈ ਨਾ ਮਿੱਤਰ ਹੈ। ਤੇ ਇਹ ਉਦਾਹਰਨ ਆਪਾਂ, ਸਮਾਂ ਨਹੀਂ ਹੈਗਾ ਕਿਉਂਕਿ ਆਪਾਂ ਅੱਜ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਆ ਜਿਹੜੀ ਉਹ ਇੱਕ ਮੂਵੀ ਦਿਖਾਉਣੀ ਹੈ, ਇਸ ਕਰਕੇ ਸਾਖੀ ਦਾ ਸਮਾਂ ਨਹੀਂ ਹੈ। ਪਰ ਸਾਖੀ ਇੱਥੇ ਢੁੱਕਦੀ ਬੜੀ ਹੈ ਭਾਈ ਕਨ੍ਹਈਆ ਜੀ ਦੀ, ਜਿਨ੍ਹਾਂ ਦੇ ਵਿੱਚੋਂ ਨਾ ਕੋ ਬੈਰੀ ਨਹੀਂ ਬਗਾਨਾ, ਬੈਰੀ ਮੀਤ ਸਮਾਨ, ਹੈ ਤਾਂ ਬੈਰੀ ਸੀਗੇ ਉਹ, ਦੇਖਣ ਨੂੰ ਤੇ ਬੈਰੀ ਹੋਈ ਹੈ ਨਾ, ਬੈਰੀ ਚੜ ਕੇ ਆਏ ਆ ਜਿਹੜੇ ਜੰਗ ਕਰਨ ਆਏ ਆ, ਬੈਰੀ ਹੋਈ ਆਏ ਆ ਨਾ ਚੜ ਕੇ, ਪਰ ਬੈਰੀ ਮੀਤ ਸਮਾਨ ਇੱਕੋ ਜਿਹੇ ਲੱਗਦੇ ਆ। ਬੈਰੀ ਵੀ ਮਿੱਤਰ ਵੀ, ਜਿਹੜੇ ਸਿੱਖ ਪਾਣੀ ਮੰਗਦੇ ਆ, ਸਿੰਘ ਪਾਣੀ ਮੰਗਦੇ, ਉਹ ਵੀ ਉਹ ਪਾਣੀ ਇੱਕੋ ਜਿਹੇ ਲੱਗਦੇ ਆ। ਤੇ ਜੇ ਕੋਈ ਮੁਸਲਮਾਨ ਪਾਣੀ ਮੰਗਦਾ, ਪਠਾਨ ਪਾਣੀ ਦੀ ਪੁਕਾਰ ਕਰਦਾ, ਤੇ ਉਹ ਵੀ ਇੱਕੋ ਜਿਹਾ ਲੱਗਦਾ। ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਣ। ਮੁਕਤ ਆਪਣੇ ਵਿਚਾਰਾਂ ਵੱਲੋਂ ਮੁਕਤੀ ਆ ਗਈ ਹੈ, ਆਪਣੇ ਵਿਚਾਰਾਂ ਵੱਲੋਂ ਮੁਕਤੀ ਆ ਗਈ, ਕਿਉਂਕਿ ਗੁਰੂ ਦੇ ਵਿਚਾਰ, ਗੁਰੂ ਦੀ ਸੋਚ ਆਪਣੀ ਸੋਚ ਬਣ ਗਈ ਹੈ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਣ। ਹੇ ਮੇਰੀ ਜਿੰਦੇ ਤੂੰ ਉਸ ਨੂੰ ਬਸ ਮੁਕਤ, ਭਾਵ ਆਪਣੇ ਖਿਆਲਾਂ ਤੋਂ ਮੁਕਤ ਹੋ ਜਾਂਦਾ ਹੈ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ। ਹੁਣ ਲਾਸਟ ਵਾਲਾ ਸ਼ਲੋਕ ਹੈ ਜੀ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਣ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ। ਆਪਾਂ ਆਮ ਇਹ ਸ਼ਬਦ ਹੈ ਜਿਹੜਾ ਸਮਝਦੇ ਆ, ਪੜ੍ਹਦੇ ਹੁੰਦੇ ਆ, ਸੁਣਦੇ ਹੁੰਦੇ ਆ ਵਿਦਵਾਨਾਂ ਪਾਸੋਂ ਵੀ, ਕਿਉਂਕਿ ਕਾਫੀ ਉਦਾਹਰਨਾਂ ਦਿੰਦੇ ਨੇ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਇਤਿਹਾਸ ਇਹ ਵੀ ਲੰਬਾ ਬਣ ਜਾਣਾ ਕਿ ਜਦੋਂ ਦਿੱਲੀ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਕਿਹਾ ਗਿਆ, ਸ਼ਾਰਟ ਦੇ ਵਿੱਚ ਆਪਾਂ ਕਰਦੇ ਹਾਂ, ਗੁਰੂ ਸਾਹਿਬ ਨੂੰ ਕਿਹਾ ਗਿਆ ਸੀ ਵੀ ਤੁਹਾਡੇ ਵਿਚਾਰ ਤਾਂ ਮਿਲਦੇ ਨਹੀਂਗੇ, ਤੁਹਾਡੇ ਵਿਚਾਰ ਤਾਂ ਮਿਲਦੇ ਨਹੀਂ ਇਹਨਾਂ ਦੇ ਨਾਲ, ਜਿਨ੍ਹਾਂ ਦੀ ਤੁਸੀਂ ਰਾਖੀ ਦੇ ਲਈ ਆਏ ਆ, ਜਿਨ੍ਹਾਂ ਦੇ ਕਰਕੇ ਆਏ ਆ, ਤਾਂ ਫਿਰ ਤੁਸੀਂ ਕਿਉਂ ਆਏ ਆ? ਤਾਂ ਉਦੋਂ ਗੁਰੂ ਸਾਹਿਬ ਨੇ ਇਹ ਕਿਹਾ ਸੀ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ, ਕਿ ਕਿਸੇ ਨੂੰ ਨਾ ਡਰਾਵੇ ਦੇਣੇ ਤੇ ਨਾ ਡਰਾਵੇ ਦੇ ਵਿੱਚ ਰਹਿਣਾ। ਅਣਖ ਆਜ਼ਾਦੀ ਵਾਲਾ ਜੀਵਨ, ਜੋ ਗੁਰੂ ਸਾਹਿਬ ਨੇ ਫਿਰ ਕਿਰਪਾਨ ਦੀ ਬਖਸ਼ਿਸ਼ ਕੀਤੀ ਹੈ ਨਾ, ਅਣਖ ਤੇ ਆਜ਼ਾਦੀ ਵਾਲਾ ਜੀਵਨ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ, ਕਿਸੇ ਦੇ ਡਰਾਵਿਆਂ ਤੋਂ ਘਬਰਾਉਂਦਾ ਵੀ ਨਹੀਂ ਹੈ ਤੇ ਕਿਸੇ ਨੂੰ ਡਰਾਵੇ ਦਿੰਦਾ ਵੀ ਨਹੀਂ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਣ। ਗਿਆਨੀ, ਗਿਆਨੀ ਦਾ ਭਾਵ ਗਿਆਨਵਾਨ, ਸਮਝਦਾਰ, ਜਾਣਕਾਰੀ ਰੱਖਣ ਵਾਲਾ। ਪਰ ਗਿਆਨ, ਜੇ ਅੱਜ ਦੇ ਸਮੇਂ ਵਿੱਚ ਗਿਆਨ ਦੀ ਵਿਆਖਿਆ ਕਰਦੇ ਆ ਤਾਂ ਮਨੁੱਖ ਨੂੰ ਗਿਆਨ ਹੈ ਜਿਹੜਾ ਉਹ ਬਹੁਤ ਹੈ। ਕਿੰਨਾ ਗਿਆਨ ਹੋ ਗਿਆ, ਬੌਧਿਕ ਗਿਆਨ, ਬੁੱਧੀ ਦਾ ਗਿਆਨ ਹੋ ਗਿਆ ਕਿ ਮੈਂ ਕਿਸੇ ਨਾਲ ਚਲਾਕੀ ਕਿਵੇਂ ਕਰਨੀ ਹੈ। ਮੈਂ ਗਿਆਨ ਇਹ ਇਕੱਠਾ ਕੀਤਾ ਕਿ ਮੈਂ ਕਿਸੇ ਨਾਲ ਚਲਾਕੀ ਕਿਵੇਂ ਕਰਨੀ ਆ, ਮੈਂ ਨਕਲੀ ਖੋਆ, ਨਕਲੀ ਪਨੀਰ ਕਿਵੇਂ ਬਣਾਉਣਾ। ਪਰ ਇਹ ਗਿਆਨ, ਗਿਆਨ ਨਹੀਂ। ਗੁਰੂ ਸਾਹਿਬ ਕਹਿੰਦੇ ਆ, ਗਿਆਨੀ ਗੁਰ ਬਿਨ ਗਿਆਨ ਨਾ ਹੋਏ, ਗਿਆਨੀ ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾ ਉਹ ਗਿਆਨ ਨਹੀਂ ਮਿਲਦਾ। ਕਿਹੜਾ ਗਿਆਨ? ਜਿਹੜਾ ਭਗਤ ਕਬੀਰ ਜੀ ਕਹਿੰਦੇ ਨੇ, ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ
ਆਪ। ਸਤਿਗੁਰੂ ਜੀ ਕਹਿੰਦੇ ਗਿਆਨ ਕਾਹਦਾ ਗਿਆਨ, ਜਿੱਥੇ ਇਹ ਗਿਆਨ ਆ ਗਿਆ ਵੀ ਮੈਨੂੰ ਇਹ ਸਰੀਰ ਕਿਉਂ ਮਿਲਿਆ, ਜਿੱਥੇ ਇਹ ਗਿਆਨ ਆ ਗਿਆ ਕਿ ਮੈਂ ਇਸ ਸੰਸਾਰ ਤੇ ਕੀ ਕਰਨ ਆਇਆ, ਜਿੱਥੇ ਇਹ ਗਿਆਨ ਆ ਗਿਆ ਕਿ ਮੇਰੀ ਮੰਜ਼ਿਲ ਕੀ ਹੈ, ਇਹ ਗਿਆਨ ਆ ਗਿਆ ਜਿਹੜਾ ਗੁਰੂ ਤੋਂ ਮਿਲਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਜਦੋਂ ਇਹ ਗਿਆਨ ਆ ਗਿਆ ਤਾਂ ਫਿਰ ਮਨ ਨੂੰ ਸਮਝਾਉਣਾ, ਮਨ ਨੂੰ ਵੀ ਗਿਆਨ ਰਾਹੀਂ ਸਮਝਾਉਣਾ ਨਾ। ਮਨ ਸਮਝਾਵਣ ਕਾਰਨੇ ਕਛੁਕ ਪੜੀਐ ਗਿਆਨ। ਕਿਹੜਾ ਗਿਆਨ? ਗੁਰੂ ਦਾ ਗਿਆਨ। ਜਿਵੇਂ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾ ਗਿਆਨ ਨਹੀਂ। ਉਹ ਗਿਆਨ ਗਿਆਨੀ ਤਾਹੇ ਬਖਾਣ, ਉਸ ਨੂੰ ਗਿਆਨੀ, ਉਸ ਨੂੰ ਸੂਝਵਾਨ, ਉਸ ਨੂੰ ਗਿਆਨੀ ਕਹਿਣਾ ਜਿਹੜਾ ਗਿਆਨ ਗੁਰੂ ਤੋਂ ਲੈ ਕੇ ਆਪਣਾ ਜੀਵਨ ਉਸ ਤਰ੍ਹਾਂ ਚੱਲ ਰਿਹਾ, ਬਣਾ ਰਿਹਾ, ਉਹ ਗਿਆਨੀ ਆ। ਉਹ ਗਿਆਨੀ ਨੂੰ ਕਿਹਾ ਵੀ ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਭਾਵ ਐਸੇ ਗਿਆਨੀ ਗੁਰੂ ਸਾਹਿਬ ਜੀ ਬਣਾਉਂਦੇ ਆ, ਐਸੇ ਗਿਆਨੀ ਗੁਰੂ ਜੀ ਬਣਾਉਂਦੇ ਆ। ਗਿਆਨੀ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾ ਉਹ ਗਿਆਨ ਨਹੀਂ ਮਿਲਦਾ। ਜਿਹੜੇ ਗਿਆਨ ਨੇ ਸਾਨੂੰ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਮਿਲਾਪ ਕਰਾਉਣਾ ਹੈ, ਉਹ ਗਿਆਨੀ ਬਣਨਾ ਹੈ ਤੇ ਗੁਰੂ ਤੋਂ ਗਿਆਨ ਲੈਣਾ, ਆਪਣਾ ਜੀਵਨ ਸਫਲਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ